ਇਸ ਤੋਂ ਪਹਿਲਾਂ ਕਿ ਮੈਂ ਤੁਹਾਡੇ ਨਾਲ ਮੌਲਾਨਾ ਨਾਸਰ ਮਦਨੀ ਸਾਹਿਬ ਦੀ ਇੱਕ ਵੀਡੀਓ ਸ਼ੇਅਰ ਕਰਾਂ। ਜੈਸਾ ਕਿ ਤੁਹਾਨੂੰ ਪਤਾ ਹੀ ਆ ਕਿ ਕਾਫੀ ਦਿਨਾਂ ਦੇ ਵਿੱਚੋਂ ਪੰਜਾਬ ਦੇ ਵਿੱਚ ਸਾਰੇ ਪੰਜਾਬ ਦੇ ਹਰ ਛੋਟੇ ਵੱਡੇ ਸ਼ਹਿਰ ਦੇ ਵਿੱਚ ਤਜਾਵਜ਼ਾਤ ਦੇ ਖਿਲਾਫ ਹਕੂਮਤ ਪੰਜਾਬ ਨੇ ਇੱਕ ਆਪਰੇਸ਼ਨ ਸ਼ੁਰੂ ਕੀਤਾ, ਜਿਹਦੇ ਵਿੱਚ ਬੜੇ ਬੜੇ ਵੱਡੇ ਬਾਜ਼ਾਰ, ਮਾਰਕੀਟਾਂ, ਸੜਕਾਂ ਸਾਰੇ ਜੋ ਹੈ ਨਾ ਢਾਹ ਢਵਈਆ ਹੋਇਆ ਪਿਆ। ਤੇ ਇਹਦੇ ਨਾਲ ਜਿੱਥੇ ਕੁਝ ਫਵਾਇਦ ਵੀ ਆ ਤਾਂ ਕਿ ਰੋਡ ਖੁੱਲ੍ਹੇ ਹੋ ਜਾਣਗੇ, ਮਾਰਕੀਟਾਂ ਖੁੱਲ੍ਹੀਆਂ ਹੋ ਜਾਣਗੀਆਂ, ਟਰਾਂਸਪੋਰਟ ਵਾਸਤੇ ਆਉਣ ਜਾਣ ਵਾਸਤੇ ਆਸਾਨੀ ਰਹੂਗੀ। ਉਹਦੇ ਨਾਲ ਬਹੁਤ ਸਾਰੇ ਲੋਕਾਂ ਦਾ ਕਾਰੋਬਾਰ ਵੀ ਡਿਸਟਰਬ ਹੋਇਆ ਤੇ ਬਿਜ਼ਨਸਮੈਨ ਖਾਸ ਕਰਕੇ ਜਿੰਨੇ ਵੀ ਆ ਦੁਕਾਨਦਾਰ, ਮਾਰਕੀਟਾਂ ਵਾਲੇ, ਉਹ ਸਭ ਤੋਂ ਜ਼ਿਆਦਾ ਅਫੈਕਟਡ ਹੋਏ। ਬਹੁਤ ਸਾਰੇ ਲੋਕਾਂ ਨੇ ਮਰੀਮ ਨਵਾਜ਼ ਦੇ ਇਸ ਕੰਮ ਨੂੰ ਸਰਾਹਿਆ ਵੀ ਆ ਤੇ ਬਹੁਤ ਸਾਰੇ ਲੋਕਾਂ ਨੇ ਤਨਕੀਦ ਵੀ ਕੀਤੀ ਆ। ਤੇ ਤਨਕੀਦ ਦੀ ਜ਼ਦ ਦੇ ਵਿੱਚ ਮਰੀਮ ਨਵਾਜ਼ ਸਾਹਿਬਾ ਇੱਕ ਵਾਰੀ ਫਿਰ ਮੌਲਾਨਾ ਨਾਸਰ ਮਦਨੀ ਦੇ ਹੱਥੇ ਚੜੀ। ਯਾਨੀ ਕਿ ਜੈਸਾ ਕਿ ਪਹਿਲੇ ਵੀ ਮੌਲਾਨਾ ਨਾਸਰ ਮਦਨੀ ਸਾਹਿਬ ਤੋਂ ਪਹਿਲੇ ਸ਼ੁਰੂ ਤੋਂ ਹੀ ਇਸ ਚੀਜ਼ ਦੇ ਹੱਕ 'ਚ ਨਹੀਂ ਸੀ ਕਿ ਹਕੂਮਤ ਦੀ ਬਾਗਡੋਰ ਜਾਂ ਵਜ਼ਾਰਤ ਆਲਾ ਜੋ ਹੈ ਉਹ ਕਿਸੇ ਔਰਤ ਦੇ ਹੱਥ 'ਚ ਦਿੱਤੀ ਜਾਵੇ। ਔਰ ਉਹਨਾਂ ਦੇ ਬੇਸ਼ੁਮਾਰ ਬਿਆਨਾਤ ਇਸ ਤਰ੍ਹਾਂ ਮੌਜੂਦ ਆ ਜਿਸ ਦੇ ਵਿੱਚ ਉਹਨਾਂ ਨੇ ਕਿ ਮਰੀਮ ਨਵਾਜ਼ ਖਾਸ ਕਰਕੇ, ਕਿਉਂਕਿ ਇਸ ਵਕਤ ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਹੈ, ਇਸ ਲਈ ਉਹਨਾਂ ਨੇ ਇਹਦੇ ਉੱਤੇ ਕਾਫੀ ਸਾਰੀ ਤਨਕੀਦ ਕੀਤੀ। ਇਹਦੇ ਨਾਲ ਹੀ ਹੁਣ ਜਿਹੜੀ ਤਜਾਵਜ਼ਾਤ ਦੇ ਖਿਲਾਫ ਆਪਰੇਸ਼ਨ ਹੋ ਰਿਹਾ ਉਹਦੇ ਉੱਤੇ ਵੀ ਮੌਲਾਨਾ ਨਾਸਰ ਮਦਨੀ ਸਾਹਿਬ ਨੇ ਅੱਛੀ ਖਾਸੀ ਤਨਕੀਦ ਕੀਤੀ ਹੈ। ਉਹਨਾਂ ਨੇ ਆਖਿਆ ਚਲੋ ਅਸੀਂ ਮੰਨ ਲੈਂਦੇ ਹਾਂ ਕਿ ਤਜਾਵਜ਼ਾਤ ਦਾ ਨਹੀਂ ਹੋਣਾ ਚਾਹੀਦਾ, ਲੇਕਿਨ ਇਹਦੇ ਨਾਲ ਇਹ ਵੀ ਹੋਣਾ ਚਾਹੀਦਾ ਨਾ ਵੀ ਜਦੋਂ ਤੁਸੀਂ ਕੋਈ ਹਕੂਮਤੀ ਕੰਮ ਕਰਨ ਲਾਦੇ ਉਹਦੇ ਵਾਸਤੇ ਸਾਰੇ ਪ੍ਰੋਟੋਕੋਲ ਨੂੰ ਮੱਦੇਨਜ਼ਰ ਰੱਖਣਾ ਚਾਹੀਦਾ। ਹੁਣ ਮਾਰਕੀਟਾਂ ਢਾਹ ਕੇ ਤੁਸੀਂ ਰੋਡਾਂ ਦੇ ਉੱਤੇ ਸਿੱਟ ਦਿੱਤੀਆਂ, ਲੋਕਾਂ ਦੇ ਕਾਰੋਬਾਰ ਤਬਾਹ ਕਰਤੇ ਆ, ਉੱਥੇ ਖਿਲਾਰੇ ਪਏ ਆ, ਸਾਰਾ ਕੁਝ ਹੋਇਆ ਤੇ ਕਹਿੰਦੇ ਆ ਗੱਡੀਆਂ ਨਹੀਂ ਖਿਲਾਰ ਸਕਦੇ, ਮੋਟਰਸਾਈਕਲ ਨਹੀਂ ਆ ਸਕਦੇ, ਕਾਰਾਂ ਨਹੀਂ ਆ ਸਕਦੀਆਂ, ਲੇਕਿਨ ਇਹਦਾ ਕੋਈ ਹੱਲ ਵੀ ਤਾਂ ਦਿਓ ਨਾ। ਹੁਣ ਕਿਤੇ ਵੀ ਕੋਈ ਵੀ ਮਾਰਕੀਟ ਐਸੀ ਨਹੀਂ ਹੈ ਪੂਰੇ ਪੰਜਾਬ ਦੇ ਵਿੱਚ, ਤੁਸੀਂ ਦੇਖ ਲਓ, ਜਿੱਥੇ ਗੱਡੀਆਂ ਕਾਰਾਂ ਖੜੀਆਂ ਕਰਨ ਵਾਸਤੇ ਪਾਰਕਿੰਗ ਦਾ ਕੋਈ ਬਾਕਾਇਦਾ ਨਿਜ਼ਾਮ ਹੋਵੇ। ਤੇ ਜਿੱਥੇ ਗੱਡੀਆਂ ਕਾਰਾਂ ਜਾਂ ਮੋਟਰਸਾਈਕਲ ਵਗੈਰਾ ਖੜੇ ਕਰਨ ਦਾ ਕੋਈ ਨਿਜ਼ਾਮ ਨਾ ਹੋਊਗਾ ਤੇ ਆਵਾਮ ਨੇ ਰੋਡ ਦੇ ਉੱਤੇ, ਮਾਰਕੀਟਾਂ ਦੇ ਵਿੱਚ ਫਿਰ ਇਸੇ ਤਰ੍ਹਾਂ ਗੱਡੀਆਂ ਨੂੰ ਆਪਣੀਆਂ ਨੂੰ ਖੜੀਆਂ ਕਰਨਾ। ਤੇ ਸਭ ਤੋਂ ਪਹਿਲਾਂ ਤਾਂ ਹਕੂਮਤ ਪੰਜਾਬ ਨੂੰ ਆਪਣੇ ਕੰਮ ਦੇਖਣੇ ਚਾਹੀਦੇ ਹਨ ਵੀ ਅਸੀਂ ਪਹਿਲਾਂ ਇਹਨਾਂ ਨੂੰ ਪਾਰਕਿੰਗ ਦਾ ਕੋਈ ਨਿਜ਼ਾਮ ਬਣਾ ਕੇ ਦਈਏ, ਜਿੱਥੇ ਲੋਕ ਆਉਣ, ਆਪਣੀ ਗੱਡੀ ਖੜੀ ਕਰਨ, ਸ਼ਾਪਿੰਗ ਕਰਨ, ਮੁੜ ਕੇ ਉੱਥੋਂ ਜਾਂਦੇ ਰਹਿਣ। ਤੇ ਮੌਲਾਨਾ ਸਾਹਿਬ ਦੀ ਇਹ ਗੱਲ ਵੀ ਠੀਕ ਆ। ਗੱਲ ਕਰਨ ਦਾ ਮਤਲਬ ਇਹ ਆ ਕਿ ਅਗਰ ਤੁਸੀਂ ਇੱਕ ਪਹਿਲੂ ਨੂੰ ਲੈਂਦੇ ਹੋ ਤੇ ਉਹਦਾ ਦੂਸਰਾ ਪਹਿਲੂ ਵੀ ਦੇਖੋ ਕਿ ਕਿਆ ਇਸ ਕੰਮ ਨੂੰ ਕੀਤਿਆਂ ਇਹਦੇ ਨਾਲ ਸਾਈਡ ਇਫੈਕਟ ਕੀ ਹੋ ਰਿਹਾ ਆ। ਅਗਰ ਰੋਡ, ਮਾਰਕੀਟਾਂ, ਬਾਜ਼ਾਰ ਖੁੱਲ੍ਹੇ ਹੋ ਰਹੇ ਆ, ਲੋਕਾਂ ਦੇ ਕਾਰੋਬਾਰ ਡਿਸਟਰਬ ਹੋ ਰਹੇ ਆ, ਰੇਹੜੀਆਂ ਵਾਲੇ, ਜਿਹੜੇ ਠੇਲਿਆਂ ਵਾਲੇ ਵਿਚਾਰੇ ਲੋਕ, ਗਰੀਬ ਤਬਕਾ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜਾ ਇਸ ਟਾਈਮ ਬੇਰੁਜ਼ਗਾਰ ਹੋ ਗਿਆ, ਉਹਨਾਂ ਦਾ ਕੀ ਵਸੀਲਾ ਬਣਾਇਆ? ਉਹਨਾਂ ਨੂੰ ਲਹਿਦਾ ਜਗ੍ਹਾ ਦਿੱਤੀ ਜਾਵੇ ਜਿਹੜੀ ਕਿ ਅਮੂਮਨ ਹਕੂਮਤ ਦੇ ਕੰਟਰੋਲ 'ਚ ਹੁੰਦੀ ਹੈ, ਸ਼ਹਿਰਾਂ ਦੇ ਵਿੱਚ ਵੀ ਤੇ ਦਿਹਾਤਾਂ ਦੇ ਵਿੱਚ ਵੀ ਤੇ ਹਰ ਜਗ੍ਹਾ 'ਤੇ। ਦੂਸਰੀ ਸਭ ਤੋਂ ਵੱਡੀ ਗੱਲ ਇਹ ਆ ਕਿ ਜਦੋਂ ਵੀ ਕੋਈ ਰੋਡ, ਗਲੀਆਂ, ਬਾਜ਼ਾਰ ਬਣਦੇ ਆ ਉੱਥੇ ਸੀਵਰੇਜ ਦਾ ਨਿਜ਼ਾਮ ਨਹੀਂ ਹੁੰਦਾ। ਪਹਿਲੇ ਰੋਡ ਬਣਾ ਦਿੰਦੇ ਆ, ਬਾਅਦ 'ਚ ਉੱਥੇ ਪੱਟ ਪਟਾਈਆ ਸ਼ੁਰੂ ਹੋ ਜਾਂਦਾ, ਗਲੀਆਂ ਦੇ ਵਿੱਚ ਨਾਲੀਆਂ ਬਣਾਉਣ ਲੱਗ ਪੈਂਦੇ, ਫਿਰ ਖੰਭੇ ਲਾਉਣ ਲੱਗ ਪੈਂਦੇ। ਪ੍ਰੋਪਰ ਇੱਕ ਨਿਜ਼ਾਮ ਜਿਹੜਾ ਹੈ ਉਹ ਨਹੀਂ ਹੈ ਸਾਡੇ ਲੋਕਾਂ ਦੇ ਵਿੱਚ। ਤੇ ਇਸ ਨਿਜ਼ਾਮ ਦਾ ਹੋਣਾ ਪਹਿਲਾਂ ਜ਼ਰੂਰੀ ਹੈ। ਇਹ ਨਹੀਂ ਵੀ ਤੁਸੀਂ ਆਓ ਲੋਕਾਂ ਦੀਆਂ ਦੁਕਾਨਾਂ ਢਾਹ ਦਿਓ, ਮਕਾਨ ਢਾਹ ਦਿਓ, ਜਿਹੜੇ ਕਿ ਸਾਲ ਤੋਂ ਬੈਠੇ। ਠੀਕ ਆ ਅਗਰ ਉਹ ਤਜਾਵਜ਼ਾਤ ਦੇ ਵਿੱਚ ਆਉਂਦੇ ਆ, ਲੇਕਿਨ ਬਕਾਇਦਾ ਇੱਕ ਨਿਜ਼ਾਮ ਹੋਣਾ ਚਾਹੀਦਾ, ਨਿਜ਼ਾਮ ਦੇ ਤਹਿਤ ਕੰਮ ਹੋਣਾ ਚਾਹੀਦਾ। ਸੀਵਰੇਜ ਵਾਲੇ ਆਉਣ, ਪਾਈਪਾਂ ਵਾਲੇ ਆਉਣ, ਬਿਜਲੀ ਵਾਲੇ ਆਉਣ, ਪਾਣੀ ਵਾਲੇ ਆਉਣ, ਗੈਸ ਵਾਲੇ ਆਉਣ, ਸਾਰੇ ਮਹਿਕਮੇ ਆਪਣੇ ਸਰਵੇ ਕਰਨ। ਜਦੋਂ ਆਪੋ ਆਪਣੇ ਸਾਰੇ ਕੰਮ ਕਰ ਜਾਣ, ਬਾਅਦ ਦੇ ਵਿੱਚ ਰੋਡ ਬਣਾਓ, ਸੜਕ ਖੁੱਲ੍ਹੀ ਕਰੋ, ਜੋ ਵੀ ਕਰਨਾ ਕਰੋ। ਤੇ ਇਹਦੇ ਨਾਲ ਹੁਣ ਮੈਂ ਤੁਹਾਨੂੰ ਮੌਲਾਨਾ ਨਾਸਰ ਮਦਨੀ ਸਾਹਿਬ ਦਾ ਬਿਆਨ ਸੁਣਾਉਣਾ, ਜਿਹਦੇ ਵਿੱਚ ਉਹਨਾਂ ਨੇ ਤਨਕੀਦ ਕੀਤੀ ਹੈ, ਤੇ ਉਹਨਾਂ ਦਾ ਬਿਆਨ ਦੇਖ ਲਓ ਤੇ ਬਾਅਦ 'ਚ ਆਪਾਂ ਮਜ਼ੀਦ ਗੱਲ ਕਰਦੇ ਹਾਂ। ਇਹਨਾਂ ਨੂੰ ਮੈਂ ਪੁੱਛਣਾ ਚਾਹਨਾ ਹਕੂਮਤ ਨੂੰ ਵੀ ਇਸ਼ਤਿਹਾਰੀ ਫੜੇ ਗਏ, ਡਾਕੂ ਫੜੇ ਗਏ, ਮੁਲਕ 'ਚ ਦੁੱਧ ਦੀਆਂ ਨਹਿਰਾਂ ਵਹਿਣ ਲੱਗ ਪਈਆਂ, ਸਿਰਫ ਤਜਾਵਜ਼ਾਤ ਰਹਿ ਗਈ ਸੀ। ਅੱਗੇ ਕੌਮ ਦਾ ਕੰਮ ਨਹੀਂ ਚੱਲਦਾ ਪਿਆ, ਇਹ ਥੜੇ ਢਾਉਣ ਤੁਰ ਪੈਣ। ਲੈ ਦੱਸੋ ਵੀ ਜਿਹੜੀ ਦੁਕਾਨ ਦਾ ਖੜਾ ਢਾਓਗੇ, ਰਹਿਣਾ ਤੇ ਹੁਣੀ ਉੱਥੇ। ਜਾਂ ਤੇ ਦੱਸੋ ਵੀ ਮੌਲਵੀ ਨੂੰ ਕਿਸੇ ਨੂੰ 2 ਫੁੱਟ ਮਿਲ ਗਈ ਹੈ, ਉਹ ਬੋਲੋ ਓਏ ਉਹਨੇ ਕੱਟਿਆ ਗਿਆ, ਤੈਨੂੰ ਚੋਰ ਲੈ ਨੂੰ ਪੱਠੇ ਖਾਣੇ। ਦੁਕਾਨਦਾਰ ਦੇ ਅੱਗੋਂ 2 ਫੁੱਟ ਢਾਹ ਵੀ ਲਵੋ ਤੇ ਕਿਹਦੇ ਕੋਲ ਰਹਿਣੀ? ਲਾਹਨਤ ਇਹੋ ਜਿਹੀ ਅਕਲ ਤੇ ਵੀ ਜਿਹੜੇ ਆਪਰੇਸ਼ਨ ਕਰਨੇ ਉਹ ਕਰਦੇ ਨਹੀਂ, ਇਸ਼ਤਿਹਾਰੀ ਫੜਨੇ ਉਹ ਫੜਦੇ ਨਹੀਂ, ਜਿਨ੍ਹਾਂ ਦੇ ਕੇਸ ਲੱਗੇ ਉਹ ਕੇਸ ਮੁੱਕਦੇ ਨਹੀਂ, ਜਿਨ੍ਹਾਂ ਗਲੀਆਂ ਬਾਜ਼ਾਰਾਂ 'ਚ ਕਿਸੇ ਗਰੀਬ ਦਾ ਹੱਕ ਕਬਜ਼ਾ ਆਇਆ ਉਹ ਕਬਜ਼ਾ ਛੁੱਟਦਾ ਨਹੀਂ। ਤੇ ਇਸ ਕੰਮ ਨੂੰ ਲੱਗ ਪੈਣ ਕਹੇ ਜੀ ਅਸੀਂ ਇੱਥੇ ਮੋਟਰਸਾਈਕਲ ਨਹੀਂ ਖਿਲਾਉਂਦੇ, ਨਹੀਂ ਗੱਡੀ ਨਹੀਂ ਖਿਲਾਉਂਦੇ। ਨਹੀਂ, ਮੈਂ ਹਕੂਮਤ ਨੂੰ ਕਹਿਣਾ ਤੁਸੀਂ ਸਾਰੇ ਬਾਜ਼ਾਰਾਂ ਦਾ ਕਰੋ ਆਪਰੇਸ਼ਨ ਤੇ ਪਹਿਲਾਂ ਪਾਰਕਿੰਗ ਪਲਾਜ਼ਾ ਬਣਾਓ। ਅਸੀਂ ਕੀ ਗੱਡੀ ਡਰਾਉਣ ਨਾ ਉੱਡ ਕੇ ਉੱਥੇ ਆਈਏ? ਬੋਲੋ ਵੀ 3 ਕਿਲੋਮੀਟਰ ਜੋ ਪਿੱਛੇ ਗੱਡੀ ਲਾਓ ਤੇ ਬਾਜ਼ਾਰ 'ਚ ਪੈਦਲ ਤੁਰ ਕੇ ਆਓ ਤੇ 3 ਲੱਖ ਜੇਬ 'ਚ ਹੋਵੇ ਤੇ ਰਾਹ 'ਚ ਕੋਈ ਡਾਕੂ ਪੈ ਜੇ ਤੇ ਬੰਦੇ ਨੇ ਮਰੀਮ ਨੂੰ ਰੋਣਾ। ਮੈਂ ਸੱਚੀ ਗੱਲ ਕਰ, ਪੁੱਤਰ ਬੈਠ ਜਾਓ, ਨੀਚੇ ਬੈਠ ਜਾਓ, ਮੇਰੇ ਜੋੜੇ 'ਚ ਬਹਿ ਜਾਓ, ਚੁੱਪ ਕਰੇ ਪੁੱਤਰ, ਚੁੱਪ ਕਰ।
सीधा हो गया कि ना मजमा बोलो भाई ये हल नहीं है। यहाँ 2 दिन ऑपरेशन होता है, तीसरे दिन फिर छाबी अगे होती फिर फटा अगे होता है कि ये एक ही ऑपरेशन है। ये हर हुकूमत आती है और अपना सिर्फ नंबर बनाती है और कसम अल्लाह दी इस ऑपरेशन का अवाम को कोई फायदा नहीं।